ਹੈਲੋ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਮਨੀ ਠਾਕੁਰ ਤੇ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਆਪਣੇ ਸ਼ੋ ਯੰਗ ਐਂਡ ਕੂਲ ਦੇ ਵਿੱਚ। ਵੈਸੇ ਸ਼ੋ ਦਾ ਟਾਈਟਲ ਸੁਣ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਮੈਂ ਕਿਸ ਵਕਤ ਦੀ ਗੱਲ ਕਰ ਰਹੀ ਹਾਂ। ਜੀ ਹਾਂ, ਤੁਹਾਡਾ ਗੈਸ ਬਿਲਕੁਲ ਸਹੀ ਹੈ। ਮੈਂ ਗੱਲ ਕਰ ਰਹੀ ਹਾਂ ਗਰਮ ਜੋਸ਼ੀ ਨਾਲ ਭਰੇ ਅੱਜ ਕੱਲ ਦੇ ਨੌਜਵਾਨਾਂ ਦੀ ਤੇ ਉਹਨਾਂ ਨਾਲ ਜੁੜੇ ਮੁੱਦਿਆਂ ਦੀ, ਤੇ ਜੋ ਕਿ ਸਾਡੇ ਅੱਜ ਦੇ ਇਸ ਐਪੀਸੋਡ ਦਾ ਹਿੱਸਾ ਵੀ ਨੇ। ਤੇ ਅੱਗੇ ਸ਼ੋ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਥੋੜੇ ਜਿਹੇ ਕਲਿੱਪਿੰਗਸ ਦਿਖਾ ਦਾਂ ਤੇ ਝਲਕ ਦਿਖਾ ਦਾਂ। Actually, it's very difficult to define at what stage you want. You should get into a relationship. Even a 16-year-old boy or a girl can get into a relationship. It depends when you get love, care from the other person. So you get into a relationship, and I think minimum age should be 18 years of age. At least you are mature enough to understand what you are doing right or wrong. Maybe after 18 or maybe after 20, like when we are mature enough to like handle a relationship. After 20 is better because it's like you are finished with your schools and all, and it's like the time to enjoy your life. Right age is not defined. I guess the right person is the more important thing that defines the age of having a relationship. I think for that 20 is okay, around 18 or 20. Because that is your college time and that is the best time pass which you can do. Exact age tak kuch nahi, but it is like banda thoda mature ho janda 18 ਸਾਲਾਂ ਤੱਕ। It is a best suitable age to get into a relationship. ਬਾਕੀ ਕੋਈ specific age ਨਹੀਂ ਹੈ। ਪਿਆਰ ਤਾਂ ਬੰਦੇ ਨੂੰ ਕਦੀ ਹੋ ਸਕਦਾ, ਕਹਿੰਦਾ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੀ ਰੱਖਿਆ। ਅਕੋਰਡਿੰਗ ਟੂ ਮੀ ਰਿਲੇਸ਼ਨਸ਼ਿਪ ਦੀ ਸਹੀ ਏਜ ਜਿਹੜੀ ਹੈ ਉਹ 16 ਸਾਲ ਤੋਂ ਬਾਅਦ ਹੀ ਹੈ, ਕਿਉਂਕਿ ਉਸ ਤੋਂ ਬਾਅਦ ਹੀ ਸਮਝ ਆਉਂਦੀ ਹੈ ਕਿ ਇਹਦੇ ਵਿੱਚ ਪੈਣਾ ਸਹੀ ਹੈ ਕਿ ਨਹੀਂ। Age is not an issue. Maybe 16 is okay. Above that is fine. It depends on the person. How independent you are or maturity level कितना है ताड़े च। If you are independent at age of 18, you are good enough to enter in a relationship, and if you are mature, because जब kiddish mind होए ना तो बंदे दा दिमाग ना ठीक चलदा नहीं, वो गलत relationship ਵਿੱਚ भी जा सकता है। He can go it wrong path also. ਤੇ ਕੋਈ age नहीं है जब ਤੁਸੀਂ mature और independent enough ਹੋ ਤਾਂ ਤੁਸੀਂ ਰਿਲੇਸ਼ਨਸ਼ਿਪ ਵਿੱਚ ਜਾ ਸਕਦੇ ਹੋ। ਜਦ 15 ਤੱਕ ਸਟਾਰਟ ਹੋ ਜਾਂਦੀ ਹੈ, ਮੇਬੀ ਜਦ ਆਂਦੇ 8 ਤੱਕ 8th ਕਲਾਸ 'ਚ ਹੁੰਦਾ ਵੀ ਬੱਚਾ, ਮੇਬੀ ਤਾਂ ਹੀ ਸਟਾਰਟ ਹੋ ਜਾਂਦੀ ਹੈ। ਉਹ ਨਹੀਂ ਕਿਤੇ ਮੈਂ ਤਾਂ ਇੱਕ ਕੁੜੀ ਨੂੰ ਜਦ ਮੈਂ KG ਵੀ ਸੀ, ਮੈਂ ਆਈ ਲਵ ਯੂ ਲਿਖ ਕੇ ਪੇਪਰ ਤੇ ਦਿੱਤਾ ਸੀ। ਉਹੀ ਜਦ 9ਵੀਂ 10ਵੀਂ ਠੀਕ ਆ, ਉਹ ਮਤਲਬ ਐਸੀ ਉਹ ਐਕਸਪੀਰੀਅੰਸ ਹੋ ਜਾਂਦਾ ਨਾ, ਕਿਉਂਕਿ ਐਜ਼ ਯੂਜੂਅਲ ਐਂ ਹੀ ਹੁੰਦਾ ਕਿ 12ਵੀਂ 12ਵੀਂ ਜੇ ਬ੍ਰੇਕਅਪ ਹੁੰਦਾ, ਜੇ ਐਕਸਪੀਰੀਅੰਸ ਹੋ ਜਾਵੇ ਵਧੀਆ ਰਹਿੰਦਾ। 14 ਸਾਲ ਕਿਉਂ? ਕਿਉਂਕਿ ਐਕਸਪੀਰੀਅੰਸ ਹੋ ਜਾਂਦਾ ਬੰਦੇ ਨੂੰ 20-22 ਸਾਲ ਤੱਕ ਪਹੁੰਚਦੇ ਹੋਏ। ਸੋ ਅੱਜ ਅਸੀਂ ਜਿਸ ਇਸ਼ੂ ਦੀ ਗੱਲ ਕਰ ਰਹੇ ਹਾਂ ਉਹਦੀ ਝਲਕ ਤੁਸੀਂ ਹੁਣੇ ਵੇਖੀ, ਪਰ ਉਸ ਤੋਂ ਪਹਿਲਾਂ ਮੈਂ ਸਵਾਗਤ ਕਰਦੀ ਹਾਂ ਸਾਡੇ ਇਸ ਐਪੀਸੋਡ ਦੇ ਵਿੱਚ ਸਾਥ ਦੇਣ ਵਾਲੇ ਬੈਂਡ 올ਡ ਸਕੂਲ ਟਾਈ ਦਾ, ਜਿਨ੍ਹਾਂ ਦੇ ਮੈਂਬਰਸ ਨੇ ਵੈਭਵ ਕਪੂਰ ਤੇ ਅਭਿਸ਼ੇਕ ਉੱਪਲ। ਸੋ ਟੌਪਿਕ ਦੱਸਣ ਦੀ ਤਾਂ ਮੈਨੂੰ ਲੱਗਦਾ ਹੁਣ ਲੋੜ ਨਹੀਂ ਹੈ। ਸੋ ਅਸੀਂ ਗੱਲਾਂ ਕਰਾਂਗੇ ਪਿਆਰ ਮੁਹੱਬਤ ਦੀਆਂ, ਛੋਟੀ ਉਮਰੇ ਪੈਣ ਵਾਲੀਆਂ ਪਿਆਰ ਦੀਆਂ ਪਿੰਗਾਂ ਦੀਆਂ। ਸੋ ਗਾਇਜ਼, ਅਕॉर्डिंग टू यू व्हाट इज द राइट एज टू गेट इनटू रिलेशनशिप? मेरे हिसाब से जी हाँ, इंसान अच्छा हो तो रिलेशनशिप में पढ़ने की कोई एज नहीं है। आजकल जिवें ਅਸੀਂ ਦੇਖਦੇ ਹਾਂ ਗਲੋਬਲਾਈਜੇਸ਼ਨ ਦੇ ਵਿੱਚ ਫਾਈਨੈਂਸ਼ੀਅਲੀ ਤੇ ਕਈ ਇਹੋ ਜਿਹੇ ਵੀ ਆਕੂਪੇਸ਼ਨ ਨੇ ਬੰਦਾ ਪੈਸੇ ਜਲਦੀ ਕਮਾਉਣ ਲੱਗ ਗਿਆ, ਪਰ ਮੈਂ ਸਮਝਦਾ ਕਿ ਫਿਜ਼ੀਕਲ ਰਿਲੇਸ਼ਨ ਜਾਂ ਕਿਸੇ ਵੀ ਰਿਲੇਸ਼ਨਸ਼ਿਪ ਲਈ ਬੰਦੇ ਦਾ ਫਾਈਨੈਂਸ਼ੀਅਲ ਸਾਊਂਡ ਹੋਣਾ ਵਧੀਆ ਨਹੀਂ ਹੈ। ਗੱਲ ਇਹ ਇੱਕ ਅਲੱਗ ਮੁੱਦਾ ਹੈ। ਪੈਸਾ ਹੋ ਸਕਦਾ ਤੁਹਾਡੇ ਕੋਲ 14 ਸਾਲ ਦੀ ਉਮਰ 'ਚ ਆ ਜੇ, 16 ਸਾਲ ਦੀ ਉਮਰ ਦੇ ਵਿੱਚ ਆ ਜੇ, ਲੇਕਿਨ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਪੈਣ ਦੇ ਲਈ ਮੈਨੂੰ ਲੱਗਦਾ ਹੈ ਜਿਹੜੀ ਸਹੀ ਏਜ ਹੈ ਉਹ 18 ਸਾਲ ਤੋਂ ਬਾਅਦ ਹੀ ਹੈ। ਔਰ ਇਹ ਸਿਰਫ ਮੇਰਾ ਹੀ ਨਹੀਂ ਕਹਿਣਾ, ਇਹਦਾ ਇੱਕ ਵਿਗਿਆਨਿਕ ਕਾਰਨ ਵੀ ਆ, ਕਿਉਂਕਿ ਸਾਡੇ ਦਿਮਾਗ ਦੇ ਅੰਦਰ, ਸਾਡੀ ਬੋਡੀ ਦੇ ਅੰਦਰ ਜਾਂ ਸਾਡੇ ਸਰੀਰ ਅੰਦਰ ਜਿਹੜੀਆਂ ਤਬਦੀਲੀਆਂ ਆਉਂਦੀਆਂ ਨੇ, ਕੁਝ ਕੈਮੀਕਲ ਰਿਐਕਸ਼ਨਸ ਹੁੰਦੀਆਂ ਜਿਨ੍ਹਾਂ ਕਰਕੇ ਬੰਦਾ ਮੁੰਡਾ ਕੁੜੀ ਵੱਲ ਤੇ ਕੁੜੀ ਮੁੰਡੇ ਵੱਲ ਜਿਹੜੀ ਅਟਰੈਕਟ ਹੁੰਦੀ ਆ। ਲੋੜ ਹੈ ਤੇ ਇਹ ਇਸ ਚੀਜ਼ ਨੂੰ ਧੱਬਾ ਮੰਨਿਆ ਜਾਂਦਾ ਹੈ, ਗੁਨਾਹ ਮੰਨਿਆ ਜਾਂਦਾ, ਗਲਤ ਮੰਨਿਆ ਜਾਂਦਾ। ਉਹਦੇ ਬਾਰੇ ਜਾਣਕਾਰੀ ਲੋਕਾਂ ਨੂੰ ਜਾਗਰੂਕ ਕਰਨ ਦੀ ਹੈ। ਰਿਲੇਸ਼ਨਸ਼ਿਪ ਲਈ ਜਿਹੜੀ ਉਮਰ ਹੈ ਉਹ ਮੈਂ ਸਮਝਦਾ 18 ਸਾਲ ਤੋਂ ਬਾਅਦ ਹੀ ਹੈ। ਜੀ ਹਾਂ, आप बताइए, आप क्या कहना चाहते हैं? ਲਾਈਕ ਇਹਨਾਂ ਨੇ ਕਿਹਾ ਕਿ ਬੰਦਾ 14 ਸਾਲ 'ਚ ਪੈਸਾ ਆ ਗਿਆ, 16 ਸਾਲ 'ਚ ਪੈਸਾ ਆ ਗਿਆ, ਬਟ ਮੈਂ ਕੀ ਕਹਿਣਾ ਚਾਹੁੰਦਾ ਸੀ, ਕਰੀਅਰ ਬੰਦੇ ਹੋਣਾ ਚਾਹੀਦਾ ਸਟੇਬਲ। करियर एंड फाइनैशियल इंडिपेंडेंट बंदे का करियर बन गया, बंदा फाइनैशियल इंडिपेंडेंट हो गया, दैन वो सोचेगा यार मैं रिलेशनशिप जा सकता, बहुत वधिया दिन है। उस टाइम बंदा बहुत फ्री होंदा है तो उन्होंने चाहिए होंगी रिलेशनशिप की लोड़, क्योंकि इन्ना प्रैशर होंदा उपर तो उन्होंने अपना दिल बहलाने वास्ते कह सकते हैं कि एक साथी की लोड़ होंगी, क्योंकि वो अपने घर दे दूर हो चुका होंदा है,
क्योंकि ਤੁਸੀਂ ਦੇਖ ਰਹੇ हैं कि ਚੰਡੀਗੜ੍ਹ ਵਿੱਚ in Chandigarh many of my friends have gone to Mumbai, Bangalore for jobs and so ਫਿਰ in Mumbai, Bangalore they are alone so ਉੱਥੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਲੋੜ ਹੁੰਦੀ ਇੱਕ ਸਾਥੀ ਦੀ ਤੇ ਇਸ ਕਰਕੇ ਮੇਰਾ ਇਹ ਖਿਆਲ ਹੈ ਕਿ ਬੰਦੇ ਦਾ ਆਪਣਾ ਪਹਿਲਾਂ ਕੈਰੀਅਰ ਬਣਾਉਣਾ ਚਾਹੀਦਾ ਉਸ ਤੋਂ ਬਾਅਦ ਕਿਸੇ ਰਿਲੇਸ਼ਨਸ਼ਿਪ ਜਾਣੇ ਵਿੱਚ ਸੋਚਣਾ ਚਾਹੀਦਾ At this age your girlfriend and your boyfriend should be your career because a child we see that a child is slipping into relationship at the school time. That is, a child is just like a clay at that time and can be molded into any form. So when the particular individual has strong mental wavelength, strong thinking style and particularly strong emotions, the mature emotions, then one is fit to be in a relationship. जी आप भी कुछ कहना चाहती थी मैम, आपका नाम? प्रीति शुक्ला. Whatever Aman said, I agree with that. But the fact is कि जहाँ करियर इम्पोर्टेंट है पर you cannot control your emotions. तो हम ये नहीं देख सकते कि हाँ उसका करियर बना तो उसको लाइक करो. मेरा ये मानना है कि जो पर्सन जो बंदा रिलेशनशिप में आ रहा है वो ये देखे कि वो जो ऑपोजिट बंदा जिसके प्रति वो अट्रैक्ट हो रहा है वो कितना अच्छा है, वो उसको कितनी रिस्पेक्ट देता है, ना कि यू आर इन रिलेशनशिप और तुम उसके साथ फिजिकल हो जाओ. दिस इज नॉट अ गुड थिंग. मेरे ख्याल से रिलेशनशिप में रिस्पेक्ट ज़्यादा मैटर करती है, वो ज़्यादा ज़रूरी है कि वो होना चाहिए. मैं यहाँ पे ये पूछना चाहती हूँ जैसे उन्होंने किया कि एक एज होंगी है, एज तो बाद ਤੁਸੀਂ ਸਕੂਲ ਟਾਈਮ ਦੇ ਵਿੱਚ ਹੋ, ਤੁਹਾਡੇ ਨਾਲ ਕੋਈ ਕਲਾਸਮੇਟ ਹੈ ਜਿਹਨੂੰ ਤੁਸੀਂ ਲਾਈਕ ਕਰਦੇ ਹੋ, ਅਟਰੈਕਸ਼ਨ ਹੁੰਦੀ ਹੈ, ਤੁਹਾਡੇ ਕ੍ਰਸ਼ਸ ਹੋਣਗੇ, ਨੋ ਡਾਊਟ ਸਭ ਦੇ ਹੀ ਹੋਣਗੇ ਇੱਥੇ, ਕ੍ਰਸ਼ਸ ਤਾਂ ਹੁੰਦੇ ਹੀ ਕਿਸੇ ਮਤਲਬ ਛੋਟੀ ਏਜ ਤੋਂ ਹੋ ਜਾਂਦੇ, ਉਹ ਅਟਰੈਕਸ਼ਨ ਤੁਸੀਂ ਉਸ ਟਾਈਮ ਉਸ ਅਟਰੈਕਸ਼ਨ ਨੂੰ ਕੀ ਕਹੋਗੇ? ਹਾਂਜੀ, ਰਿਲੇਸ਼ਨਸ਼ਿਪ ਦਾ ਨਾਮ ਦੋਗੇ ਜਾਂ ਜਸਟ ਲਾਈਕਿੰਗ, ਮਤਲਬ ਉਹ ਅਟਰੈਕਸ਼ਨ ਤੁਹਾਡੇ ਲਈ ਇਟਸ ਜਸਟ ਲਾਈਕਿੰਗ. ਆਈ ਥਿੰਕ ਇਟਸ ਜਸਟ ਅ ਲਾਈਕਿੰਗ. ਉਹਦੇ ਲਈ ਕੀ ਏਜ ਹੈ? ਇੱਕ वो तो मेरे ख्याल से 14 इयर्स एंड 15 इयर्स तो एक एज ही है, पर आजकल तो मैंने सुना है कि 5th क्लास से भी अट्रैक्शंस शुरू हो जाती हैं. सो यू कैन नॉट डिनाई द फैक्ट कि कभी भी कुछ भी हो सकता है. हाँ. कि लाइकिंग तो इट्स अ नॉर्मल फिनोमेना, कभी भी किसी भी वक्त हो सकता है. मुझे एज का समझ नहीं आ रहा क्योंकि जब मैं नर्सरी क्लास में था मेरा शायद से तब भी पहला क्रश हो गया था क्योंकि उसी टाइम मैंने क़यामत से क़यामत तक देखी थी. ओ मैन क्या प्यार क्या तगड़ी चीज़ है. और घर जाके मैं बोलता था मम्मा मैं बड़े होकर उसी लड़की से शादी करूंगा. तो आई डोंट थिंक एज होती है यार, मतलब तुम्हें कभी भी किसी से प्यार हो सकता है. अच्छा, आपको पहला प्यार फिर कब हुआ? नर्सरी में. जी ਭਾਜੀ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਸੀ? ਮੈਂ ਉਧਰ ਮੈਡਮ ਨੇ ਗੱਲ ਕਿਹਾ ਸੀ ਵੀ ਫਿਜ਼ੀਕਲ ਰਿਲੇਸ਼ਨ ਵਾਸਤੇ ਮਤਲਬ ਬੰਦੇ ਨੂੰ ਸੋਚਣਾ ਚਾਹੀਦਾ, ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਅਗਰ ਰਿਲੇਸ਼ਨ ਹੈ ਉਹ ਕਿਸੇ ਤਰ੍ਹਾਂ ਦੀ ਵੀ ਹੋ ਸਕਦਾ ਹੈ ਤੇ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈ ਉਹ ਇਹ ਨਹੀਂ ਚਾਹੀਦੀ ਰਿਲੇਸ਼ਨ ਦੇ ਵਿੱਚ ਵੀ ਅਗਰ ਤੁਸੀਂ ਫਿਜ਼ੀਕਲ ਹੁੰਦੇ ਹੋ ਤਾਂ ਤੁਹਾਡੇ ਮਨ ਦੇ ਵਿੱਚ ਕੋਈ ਵੀ ਗਿਲਟੀ ਨਹੀਂ ਹੋਣੀ ਚਾਹੀਦੀ. ਉਹ ਏਜ ਦੇ ਉੱਤੇ ਮੈਟਰ ਨਹੀਂ ਕਰੂਗਾ ਵੀ ਤੁਸੀਂ ਮੈਚਿਓਰ ਹੋ ਜਾਂ ਤੁਸੀਂ ਕਮਾਉਣ ਲੱਗ ਗਏ ਹੋ. ਬਸ ਅਗਰ ਤੁਸੀਂ ਕਿਸੇ ਨਾਲ ਸੈਕਸ ਕਰਦੇ ਵੀ ਹੋ ਫਿਜ਼ੀਕਲ ਹੁੰਨੇ ਵੀ ਹੋ ਤਾਂ ਆਫਟਰ ਡੈਟ ਤੁਹਾਨੂੰ ਗਿਲਟੀ ਫੀਲ ਨਹੀਂ ਹੋਣੀ ਚਾਹੀਦੀ. ਬਸ ਇਹੀ ਬਿਲਕੁਲ ਸਹੀ ਹੋਊਗਾ. ਬਟ ਮੈਂ ਇੱਥੇ ਪੁੱਛਣਾ ਚਾਹੁੰਦੀ ਹਾਂ ਕਿ ਜਿਵੇਂ ਅਸੀਂ ਅੱਜ ਕੱਲ ਦੇਖਦੇ ਹਾਂ ਸਕੂਲ ਗੋਇੰਗ ਕਿਡਸ ਹੈ 5th 6th ਤੇ ਉਹ ਕਹਿਣਗੇ ਕਿ ਮੈਨੂੰ ਉਹ ਪਸੰਦ ਹੈ, ਲਾਈਕ ਕਰਦਾ ਮੈਂ ਉਹਨੂੰ, ਜਾਂ ਮੇਰੀ ਕਲਾਸ 'ਚ ਕੋਈ ਕੁੜੀ ਹੈ ਕੋਈ ਮੁੰਡਾ ਹੈ, ਆਪਸ 'ਚ ਐਵੇਂ ਗੱਲਾਂ ਕਰਦੇ ਆ ਜਾਂ ਸੀਨੀਅਰਸ ਨੂੰ ਦੇਖਦੇ ਆ. ਪਰ ਉਸ ਏਜ ਦੇ ਵਿੱਚ ਜਿਹੜੀ ਅਟਰੈਕਸ਼ਨ ਹੈ, ਮੈਂ ਪੁੱਛ ਰਹੀ ਹਾਂ ਕਿ ਜਿਵੇਂ ਮੈਂ ਪੁੱਛਿਆ ਸੀ ਵਟ ਇਜ਼ ਦ ਰਾਈਟ ਏਜ ਟੂ ਗੈਟ ਇਨਟੂ ਰਿਲੇਸ਼ਨਸ਼ਿਪ ਬਹੁਤ ਸੀਰੀਅਸ ਹੋ ਗਿਆ, ਜਿਸੇ ਅਟਰੈਕਸ਼ਨ ਵਾਲੀ ਸਾਈਡ ਚਾਹੀਏ ਕਿ ਕਦੋਂ ਤੁਸੀਂ ਕਿਸੇ ਨੂੰ ਪਸੰਦ ਕਰਨਾ ਸ਼ੁਰੂ ਕਰਦੇ ਹੋ, ਤੁਹਾਡੇ ਕ੍ਰਸ਼ਸ ਕਦੋਂ ਸ਼ੁਰੂ ਹੁੰਦੇ ਆ? ਜਿਵੇਂ ਉਹਨਾਂ ਨੇ ਕਿਹਾ ਉਹਨਾਂ ਦਾ ਤਾਂ ਨਰਸਰੀ 'ਚ ਹੋ ਗਿਆ ਸੀ, ਐਵੇਂ ਮੇਨ ਤਾਂ ਇਹੀ ਹੁੰਦਾ ਵੀ ਜਦੋਂ ਬੰਦੇ ਨੂੰ ਲੱਗਦਾ ਵੀ ਕੁੜੀ ਕਾਇਮ ਹੈ ਤਾਂ ਰਿਲੇਸ਼ਨਸ਼ਿਪ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਕੁੜੀ ਨੂੰ ਲੱਗਦਾ ਵੀ ਬੰਦਾ ਕਾਇਮ ਹੈ ਤੇ ਮਤਲਬ ਓਕੇ ਹੈ ਫਿਰ ਉਹ ਇਸ ਲਾਈਕਿੰਗ ਵਾਸਤੇ. ਬਹੁਤ ਵਧੀਆ ਬੋਲਿਆ. ਹਾਂਜੀ ਮੈਮ ਆਪਕਾ ਨਾਮ? Srishti Chaudhary. So what I would like to say is that falling in love is one thing and getting into a relationship is a different thing. Okay. Like you can fall in love anytime. There's not a definite age for it. Like, and falling into a relationship, like there is an age, there is a maturity level जो चाहिए. एज मैं कहूँगी नहीं, लाइक द इनिशियल ईयर्स ऑफ योर कॉलेज लाइफ मैं कहूँगी लाइक जब वो आते दे आर क्रशेस, लाइक यू से आई फॉल इन लव जो भी हुआ, बट देन इट्स लाइक इन द फाइनल ईयर मे बी व्हेन यू ग्रेजुएट फ्रॉम योर कॉलेज एंड यू रियलाइज इट वाज नथिंग, यार फैंटेसी थी. सो that is it. आधी चीजें तो तुम टीवी देखते हो, like kids are they sing song like मुन्नी बदनाम हुई and शीला की जवानी, such things do trigger such emotions. like 5th 6th क्लास में बच्चे ऐसे songs गा रहे होते हैं, नाच रहे होते हैं, so they think like that, they copy their seniors, the actors in the films, so it's more about that I suppose, in like when you're 10 or 12 years old. तो सीनियर्स का कहीं ना कहीं इफेक्ट पड़ता है बच्चों के ऊपर कि उनके घर में जैसे उनके एल्डर ब्रदर हैं, सिस्टर हैं, वो फोन पे बात करते हैं कुछ भी, तो उनका कुछ इफेक्ट पड़ता है. Yeah, like see, I have a friend, she has a little sister. When we talk, she is so interested in listening to what they are talking, so she thinks कि क्या बात हो रही है मेरे को पता करनी है. So obviously उसका mindset change होता है ये सब देख के. Basically the borderline between the youth and the childhood is blurring.
And what I feel is that children get into relationships and attractions into the trap of infatuation, into the trap of their latest crushes, is just because of the more of westernized influence. That is what my viewpoint is about it. Parenting is also somewhere affecting these kind of relationship. Like जो पेरेंट कुछ ज़्यादा ही डिप्लोमेटिक हैं, अपने बच्चों को बाहर जाने नहीं दे रहे हैं, उनको कुछ करने नहीं दे रहे हैं, जो उनके दिमाग में ये भर रहे हैं कि तुम ये क्या बकवास कर रहे हो, ये सब बकवास कुछ है ही नहीं किसी काम के लिए, तो वो बच्चे ज़्यादा अट्रैक्ट होते हैं. जिन पेरेंट्स के पास अपने बच्चों को देने के लिए टाइम नहीं है, तो ऑब्वियसली बाहर प्यार ढूंढते हैं वो लोग कि हाँ, they get attracted toward others. Why was the need of that relationship arise at such a small age? Like we see children, like you had a crush in your nursery, you had an affair in your nursery. Why did the need arise? Was it just lack of attention? Was it lack of love from home? Was it lack of affection? What was it? The child, the parents also have the right parenting and wrong parenting contributes a lot for a child to have a relationship at an early age or after a certain maturity level. अच्छा, इनकी बात से कौन सहमत नहीं है? वो हाथ खड़ा करिए. आप नहीं है, आप बताइए. I would say sometimes things are not under your control. Had you been the controller, you could have stopped something. Love is something that just happens. You like somebody and there can be certain aspects you like. Maybe somebody you like talking to someone, you like spending time with someone, and it has nothing to do with the parenting. For example, if you have been grown up or brought up in a very nice manner, still you can fall in love, still you can like somebody's company. It's all about liking someone and finding a good time and mutual understanding. It has nothing to do with the parenting. इनकी बात से कौन सहमत है? I do not agree with what he said. The thing is, parenting affects. Like I have been parented in a very open environment. मेरे parents ने हम कभी मुझे मना नहीं किया लड़कों से बात करने के लिए या you should not go out with your friends. In fact, they tell अपने friends को घर पे लाओ, बाहर मत जाओ. Come, call your friends at home, sit with them, talk with them, do whatever you want to do. Just don't do anything that defames your family. And the second thing is the thing of crushes. Crushes happens. Like he just said, since the nursery standard, it happens. This is nothing different. Just the thing is, you have to differentiate between a crush, a love, and an infatuation. A crush is just somebody passing by, you like that guy, okay, he's my crush. Infatuation is you get attracted to that person, and the love is you cannot stay without that person. The thing is, you have to differentiate between that. थोड़ा सा hormonal change होता है हमारी body में किसी को देखे and we term it as love. It is not fair, you know. Okay. You had, the meaning of love is being lost somewhere in the whole scenario that is going on. The westernization is actually affecting the whole concept of love in marriage and having a relationship with somebody. कहीं ना कहीं आपको लगता है कि ये कोई नेगेटिव पॉइंट है? It is not negative. Westernization is important, but the thing is, with westernization, we have to remain within our cultures, within our ethical limits. वो ethical limits जब तक हमारे बीच में बनी रहेंगी, जब तक हमारे parents हमारे में inculcate करते रहेंगे, कोई problem ऐसी I don't think आएगी कि 5th 6th standard के बच्चे are getting involved into physical relations. So you think parents should be friendly to their children? Parents should be open to their children. Friendly तो होते ही हैं. They have to be a little open so that children can come without a fear. They can discuss everything that's going on in their life. सबसे पहले इंसान को सेल्फिश बनना होगा. जब वो खुद से प्यार करना सीख जाएगा तभी वो किसी और से प्यार कर पाएगा. तो बस यही कहना चाहता हूँ मैं. पहले खुद से प्यार करना सीखो, उसके बाद दूसरों से प्यार करो. We all know that mother plays a very dominant role in our grooming. So definitely a mother knows that my child is on the right track, right path. Mothers have a sixth sense, and from the walk of the child, they come to know that मेरा बच्चा सही रास्ते पे है या नहीं है. That's what I believe, and that's what which I am groomed in. I do have a permission to bring my classmates at home, party, and do anything. But the point is, parents are open, and probably they are ready to give space to their children. But we should not take advantage of that and maintain our own moral values, our culture, our ethical limits. It's about our maturity level. Okay. How much mature from inside we are. मतलब हमारे अंदर साइंटिफिक, जैसे भैया ने कहा कि एक साइंटिफिक चेंज आता है.